ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਹਿਜ ਕੰਪੀਟੀਸ਼ਨ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਭ ਦਾ ਸਵਾਗਤ ਹੈ। ਨਿੱਘਾ ਜੀ ਆਇਆਂ ਕਹਿੰਦੇ ਆ। ਅੱਜ ਦੀ ਆਨਲਾਈਨ ਕਲਾਸ ਦੇ ਵਿੱਚ ਅਸੀਂ ਚਰਚਾ ਕਰਨ ਜਾ ਰਹੇ ਹਾਂ ਸਾਡਾ ਜੋ ਪੰਜਾਬੀ ਸਾਹਿਤ ਦੇ ਰੂਪ ਦੇ ਵਿੱਚ ਇੱਕ ਮੁੱਖ ਪਾਰਟ ਹੈ ਜੀ ਵਾਰ। ਹਾਲਾਂਕਿ ਸਾਹਿਤ ਦੇ ਰੂਪ ਦੇ ਵਿੱਚ ਇਸ ਤੋਂ ਇਲਾਵਾ ਕਾਫੀ ਅਤੇ ਕਿੱਸਾ ਕਾਵ ਦਾ ਵੀ ਜ਼ਿਕਰ ਹੁੰਦਾ ਹੈ, ਪਰ ਅੱਜ ਦੀ ਕਲਾਸ ਦੇ ਵਿੱਚ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਸਾਡਾ ਜੋ ਟੌਪਿਕ ਹੈ ਉਹ ਹੈ ਜੀ ਵਾਰ ਟੌਪਿਕ ਤੇ। ਸੋ ਆਓ ਵਾਰ ਟੌਪਿਕ ਤੇ ਚਰਚਾ ਕਰਨ ਤੋਂ ਪਹਿਲਾਂ ਕੁਝ ਪੁਆਇੰਟ ਮੈਂ ਕਲੀਅਰ ਕਰਾਂ ਕਿ ਮੇਰੀ ਖੁਦ ਦਾ ਪਰਸਨਲ ਵੀ ਮੰਨਣਾ ਇਹ ਹੈ ਕਿ ਜ਼ਿਆਦਾਤਰ ਕੰਮ ਜੋ ਹੈ ਆਪਾਂ PDF ਦੇ ਰਾਹੀਂ ਕਰਨ ਦੀ ਬਜਾਏ ਬੋਰਡ ਵਰਕ ਦੇ ਰੂਪ ਵਿੱਚ, ਭਾਵ ਇੱਕ ਵਾਈਟ ਬੋਰਡ ਦੇ ਅਕੋਰਡਿੰਗ ਜੇ ਕੰਮ ਕਰੀਏ ਤਾਂ ਥੋੜਾ ਜਿਹਾ ਜ਼ਿਆਦਾ ਵਧੀਆ ਰਹਿੰਦਾ, ਕਿਉਂਕਿ ਜੋ ਨਾਲ ਸਾਡੇ ਕੈਂਡੀਡੇਟ ਕੰਮ ਕਰ ਰਹੇ ਹੁੰਦੇ ਉਹਨਾਂ ਨੂੰ ਨੋਟਸ ਬਣਾਉਣੇ, ਸ਼ਾਰਟਸ ਵਿੱਚ ਨੋਟਸ ਬਣਾਉਣੇ ਤੇ ਉਹਨੂੰ ਡੀਪ ਗਹਿਰਾਈ ਨਾਲ ਸਮਝ ਕੇ ਕੰਮ ਕਰਨਾ ਚੰਗਾ ਰਹਿੰਦਾ। ਤਾਂ ਜਦੋਂ ਆਪਾਂ ਐਪ ਦੇ ਵਿੱਚ ਵੀ ਲਾਈਵ ਵੀਡੀਓ ਨਾਲ ਕੰਮ ਕਰਾਂਗੇ ਤਾਂ ਇੱਕ ਪ੍ਰਸ਼ਨ ਬਿਲਕੁਲ ਕਲੀਅਰ ਹੈ ਕਿ ਅਸੀਂ ਉਸ ਵਿੱਚ PDF ਦੀ ਬਜਾਏ ਉਸ ਨੂੰ ਬਿਲਕੁਲ ਬੋਰਡ ਵਰਕ ਕਰਕੇ ਹੀ ਕੰਮ ਕਰਾਂਗੇ, ਤਾਂ ਕਿ ਜੋ ਸਾਡੇ ਤੇ ਵਿਸ਼ਵਾਸ ਕਰਕੇ ਕੈਂਡੀਡੇਟ ਜੁੜ ਰਹੇ ਆ ਤਾਂ ਕਿ ਉਹਨਾਂ ਨੂੰ ਵਧੀਆ ਤੋਂ ਵਧੀਆ ਕੰਮ ਮਿਲ ਸਕੇ। ਨੋਟਸ ਟਾਈਪ ਚੈੱਕ ਉਸ ਮੈਟਰ ਨੂੰ ਡੀਪ ਲੈਵਲ ਤੇ ਲਿਜਾ ਕੇ ਆਪਾਂ ਕੰਮ ਕਰਾਂਗੇ। ਸੋ ਆਓ ਅੱਜ ਇੱਕ ਵਾਰ ਸ਼ੁਰੂਆਤ ਦੇ ਰੂਪ ਵਿੱਚ PDF ਦੇ ਰਾਹੀਂ ਕੁਝ ਪੁਆਇੰਟ ਆਪਾਂ ਸ਼ੁਰੂ ਕਰਦੇ ਹਾਂ, ਲੇਕਿਨ ਜ਼ਿਆਦਾਤਰ ਫਿਰ ਵੀ ਕੋਸ਼ਿਸ਼ ਕਰਾਂਗੇ ਆਪਾਂ PDF ਦੀ ਬਜਾਏ ਉਸ ਨੂੰ ਸਮਝਣ ਦੀ ਕਿ ਸਿੱਧਾ ਪਾਰਟ ਸਮਝਿਆ ਜਾਵੇ। ਜਿਵੇਂ ਕਿ ਤੁਹਾਡੀ ਸਕਰੀਨ ਤੇ ਦਿਖ ਰਿਹਾ ਕਿ ਅਗਲਾ ਸਾਡਾ ਜੋ ਟੌਪਿਕ ਅੱਜ ਮਿਲਿਆ ਸਾਨੂੰ, ਇਹ ਟੌਪਿਕ ਹੈ ਜੀ ਵਾਰ ਟੌਪਿਕ। ਵਾਰ ਟੌਪਿਕ ਦੇ ਬਾਰੇ ਆਪਾਂ ਚਰਚਾ ਕਰੀਏ ਤਾਂ ਸਾਹਿਤ ਦੇ ਰੂਪ ਵਾਰ ਦੇ ਵਿੱਚ ਪ੍ਰਸ਼ਨ ਕੀ ਕੁਝ ਬਣਦੇ ਆ ਜਿੱਥੋਂ ਚਰਚਾ ਕਰੀਏ ਤਾਂ ਜੇ ਆਪਾਂ ਰੀਡ ਸਿਲੇਬਸ ਦੇ ਅਕੋਰਡਿੰਗ ਨਾਲ ਲੈ ਕੇ ਚੱਲੀਏ ਜਾਂ ਆਪਾਂ ਸੈਕਿੰਡ ਗ੍ਰੇਡ ਦਾ ਕੁਝ ਪਾਰਟ ਹੈ ਸਾਹਿਤ ਦੇ ਰੂਪ ਉਸ ਦੇ ਅਕੋਰਡਿੰਗ ਵਾਰ ਦੀ ਚਰਚਾ ਕਰੀਏ ਤਾਂ ਇੱਕ ਦੋ ਪੁਆਇੰਟ ਮੈਂ ਕਲੀਅਰ ਕਰਾਂ। ਜਿਵੇਂ ਕਿ ਨੰਬਰ 1 ਪੁਆਇੰਟ ਤੁਸੀਂ ਯਾਦ ਰੱਖਿਓ ਕਿ ਜਦੋਂ ਪ੍ਰਸ਼ਨ ਆਵੇ ਚਾਹੇ ਤਾਂ ਪ੍ਰਸ਼ਨ ਆਵੇ ਕਾਫੀ ਦਾ। ਹੁਣ ਵਾਰ ਸਹੀ ਰੂਪ ਵਿੱਚ ਕੁਝ ਥੋੜਾ ਜਿਹਾ ਆਪਾਂ ਇਹਨੂੰ ਪਹਿਲਾਂ ਬੇਸ ਸਮਝੀਏ। ਵਾਰ ਸਹੀ ਰੂਪ ਵਿੱਚ ਬੀਰ ਕਾਵ ਦਾ ਇੱਕ ਪਾਰਟ ਹੈ। ਵਾਰ ਬੀਰ ਕਾਵ ਦਾ ਇੱਕ ਪਾਰਟ ਹੈ ਜਿਸ ਨੂੰ ਅਸੀਂ ਅੱਗੇ ਜਾ ਕੇ ਦੋ ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਦੋ ਹਿੱਸੇ ਕਿਹੜੇ-ਕਿਹੜੇ? ਇੱਕ ਹਿੱਸੇ ਵਿੱਚ ਤਾਂ ਅਸੀਂ ਇਹ ਸਮਝਦੇ ਹਾਂ ਕਿ ਬੀਰ ਕਾਵ ਦਾ ਇੱਕ ਪਾਰਟ ਤਾਂ ਹੁੰਦਾ ਹੈ ਜੀ ਵਾਰ, ਠੀਕ ਹੈ ਜੀ। ਤੇ ਦੂਜੇ ਪਾਰਟ ਵਿੱਚ ਸਾਨੂੰ ਕੀ ਮਿਲਦਾ ਹੈ? ਦੂਜੇ ਪਾਰਟ ਵਿੱਚ ਸਾਨੂੰ ਮਿਲਦਾ ਹੈ ਜੰਗਨਾਮਾ। ਇੱਕ ਹੁੰਦੀ ਹੈ ਵਾਰ, ਇੱਕ ਹੁੰਦਾ ਜੀ ਕੀ ਚੀਜ਼? ਜੰਗਨਾਮਾ। ਹੁਣ ਇਹਨਾਂ 'ਚ ਅੰਤਰ ਕੀ ਆ? ਤੁਸੀਂ ਜੇ ਪਿਛਲੇ ਲਾਸਟ ਈਅਰ ਜਦੋਂ ਰੀਟ ਦਾ ਤੁਸੀਂ ਐਗਜ਼ਾਮ ਦੇਖੋਗੇ ਲੈਵਲ 2 ਦਾ, ਉਸ ਵਿੱਚ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਜੰਗਨਾਮਾ ਕਿਸ ਛੰਦ ਵਿੱਚ ਰਚਿਆ ਜਾਂਦਾ ਹੈ, ਜਾਂ ਫਿਰ ਵਾਰ ਵਿਸਤ੍ਰਿਤ ਹੁੰਦੀ ਹੈ ਜਾਂ ਜੰਗਨਾਮਾ ਵਿਸਤ੍ਰਿਤ ਹੁੰਦਾ ਹੈ। ਇਸ ਤਰੀਕੇ ਦੇ ਪ੍ਰਸ਼ਨ ਵੀ ਕਈ ਵਾਰ ਬੇਸਿਕ ਪੁੱਛ ਲਏ ਜਾਂਦੇ ਆ। ਤਾਂ ਯਾਦ ਰੱਖਿਓ ਵਾਰ ਬਾਰੇ ਕਿਹਾ ਜਾਂਦਾ ਕਿ ਵਾਰ ਕੀ ਹੁੰਦੀ ਹੈ? ਵਾਰ ਇੱਕ ਵਿਸਤ੍ਰਿਤ ਕਾਵ ਰੂਪ ਹੈ। ਵਾਰ ਇੱਕ ਵਿਸਤ੍ਰਿਤ ਕਾਵ ਰੂਪ ਹੈ, ਜਦੋਂ ਕਿ ਜੰਗਨਾਮਾ ਕੀ ਚੀਜ਼ ਹੁੰਦਾ ਹੈ? ਸੰਖਿਪਤ ਵਿੱਚ, ਸੰਖੇਪ ਵਿੱਚ ਆਪਾਂ ਜਿਹਨੂੰ ਕਹਿੰਦੇ ਆ, ਜੰਗਨਾਮਾ ਸੰਖੇਪ ਕਾਵ ਰੂਪ ਹੈ। ਜੰਗਨਾਮਾ ਇੱਕ ਸੰਖੇਪ ਕਾਵ ਰੂਪ ਹੈ। ਹੁਣ ਵਾਰ ਜਦੋਂ ਅਸੀਂ ਪੜ੍ਹਦੇ ਹਾਂ, ਠੀਕ ਹੈ ਜੀ, ਪਿੱਛੇ ਤੁਸੀਂ ਦੇਖੋ ਵਾਪਸ ਮੈਂ ਨਾਲ ਲਵਾਂ, ਤੁਸੀਂ ਕਈ ਸਾਥੀ ਕਹਿਣਗੇ ਕਿ ਸਾਨੂੰ PDF ਨਾਲ ਚਾਹੀਦੀ ਆ। ਸੋ ਵੇਖੋ ਬੀਰ ਸਾਹਿਤ ਦਾ ਇੱਕ ਰੂਪ ਅਸੀਂ ਪੜ੍ਹਦੇ ਹਾਂ ਕੀ ਚੀਜ਼? ਵਾਰ। ਤੇ ਦੂਜਾ ਸਾਡੇ ਕੋਲ ਰੂਪ ਕੀ ਆਇਆ? ਦੂਜਾ ਰੂਪ ਆਇਆ ਜਿਵੇਂ ਜੰਗਨਾਮਾ। ਹੁਣ ਜੰਗਨਾਮੇ ਵਿੱਚ ਯੁੱਧ ਦਾ ਵਰਣਨ ਕੀ ਹੋ ਗਿਆ? ਜਿਵੇਂ ਹੁਣੇ ਅਸੀਂ ਚਰਚਾ ਕੀਤੀ ਕਿ ਜੰਗਨਾਮੇ ਵਿੱਚ ਜੋ ਹੈ ਇਹ ਦੋਵੇਂ ਬੀਰ ਕਾਵ ਦਾ ਮਤਲਬ ਯੁੱਧ ਦੀ ਗੱਲ ਹੋ ਰਹੀ ਹੈ, ਯੋਧਿਆਂ ਦੀ ਗੱਲ ਹੋ ਰਹੀ ਹੈ, ਦੋਵੇਂ ਇੱਕ ਦੂਜੇ ਦੇ ਪਾਰਟ ਹਨ। ਪਰ ਜੰਗਨਾਮੇ ਵਿੱਚ ਬੀਰ ਕਾਵ, ਜੰਗਨਾਮੇ ਦੇ ਵਿੱਚ ਜੋ ਸਾਨੂੰ ਵਿਵਰਣ ਵੇਖਣ ਨੂੰ ਮਿਲਦਾ ਹੈ, ਇਹ ਵਿਵਰਣ ਕੀ ਚੀਜ਼ ਹੁੰਦਾ ਹੈ? ਇਹ ਸੀਮਿਤ ਹੁੰਦਾ ਹੈ, ਭਾਵ ਸੰਖੇਪ ਹੁੰਦਾ ਹੈ, ਠੀਕ ਹੈ ਜੀ। ਉਸੇ ਤਰੀਕੇ ਨਾਲ ਜਿਹੜੀ ਵਾਰ ਹੁੰਦੀ ਹੈ, ਵਾਰ ਸੰਖੇਪ ਨਹੀਂ ਬਲਕਿ ਵਾਰ ਕੀ ਹੁੰਦੀ ਹੈ? ਵਾਰ ਵਿਸਤ੍ਰਿਤ ਰੂਪ ਵਿੱਚ ਵੰਡੀ ਜਾਂਦੀ ਹੈ। ਅਗਲਾ ਪਾਰਟ ਸੁਣੋ, ਬਹੁਤ ਵਧੀਆ ਪਾਰਟ ਆਇਆ ਕਿ ਇਹ ਪਿਛਲੇ ਰੀਟ ਦਾ ਇੱਕ ਪ੍ਰਸ਼ਨ ਵੀ ਸੀ। ਪਿਛਲੇ ਰੀਟ ਦੇ ਵਿੱਚ L2 ਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਸੀ ਕੀ ਚੀਜ਼? ਕਿ ਜੰਗਨਾਮਾ ਕਿਹੜੇ ਛੰਦ ਵਿੱਚ ਰਚਿਆ ਜਾਂਦਾ। ਤਾਂ ਇੱਥੇ ਇੱਕ ਚੀਜ਼ ਸਮਝਿਓ, ਕੁਝ ਥੋੜਾ ਬੇਸ ਆਪਾਂ ਅੱਜ ਇੱਕ ਵਾਰ ਹੋਰ ਕਲੀਅਰ ਕਰੀਏ ਕਿ ਜੰਗਨਾਮਾ ਜੋ ਹੈ, ਜੰਗਨਾਮਾ ਰਚਿਆ ਜਾਂਦਾ ਜੀ ਕਿਹੜੇ ਛੰਦ ਦੇ ਵਿੱਚ? ਬੈਂਤ ਛੰਦ ਦੇ ਵਿੱਚ। ਕਿਹੜੇ ਛੰਦ ਦੇ ਵਿੱਚ?
ਬੈਂਤ ਛੰਦ ਦੇ ਵਿੱਚ। ਉਸੇ ਤਰੀਕੇ ਨਾਲ ਫਿਰ ਪ੍ਰਸ਼ਨ ਆਇਆ ਕਿ ਜੇ ਜੰਗਨਾਮਾ ਬੈਂਤ ਛੰਦ ਵਿੱਚ ਰਚਿਆ ਜਾਂਦਾ ਹੈ ਤਾਂ ਫਿਰ ਵਾਰ ਕਿਹੜੇ ਛੰਦ ਵਿੱਚ ਰਚੀ ਜਾਂਦੀ ਹੈ? ਤਾਂ ਯਾਦ ਰੱਖਿਓ ਜੀ, ਵਾਰ ਰਚੀ ਜਾਂਦੀ ਹੈ ਕਿਹੜੇ ਛੰਦ ਵਿੱਚ? ਵਾਰ ਰਚੀ ਜਾਂਦੀ ਹੈ ਪੌੜੀ ਛੰਦ ਦੇ ਵਿੱਚ। ਵਾਰ ਕਾਦੇ ਵਿੱਚ ਰਚੀ ਜਾਂਦੀ ਹੈ ਜੀ? ਵਾਰ ਰਚੀ ਜਾਂਦੀ ਹੈ ਪੌੜੀ ਛੰਦ ਵਿੱਚ। ਪੌੜੀ ਦੇ ਆਪਦੇ ਅੱਗੇ ਦੋ ਪਾਰਟ ਹੈ, ਇੱਕ ਸਿਰਖੰਡੀ ਤੇ ਦੂਜਾ ਕੀ? ਨਿਸ਼ਾਨੀ, ਜਿਹਦੀ ਚਰਚਾ ਆਪਾਂ ਅੱਗੇ ਕਰਾਂਗੇ। ਇੱਕ ਵਾਰ ਵਾਪਸ ਚਲੀਏ ਆਪਾਂ ਇਸ ਪੁਆਇੰਟ ਤੇ, ਤਾਂ ਦੇਖੋ ਇਹ ਪੁਆਇੰਟ ਤੁਹਾਨੂੰ ਨਾਲ PDF ਦੇ ਰੂਪ ਵਿੱਚ ਵੀ ਮਿਲ ਰਿਹਾ। ਪੁਆਇੰਟ ਕੀ ਚੀਜ਼ ਕਿ ਜੰਗਨਾਮਾ ਬੈਂਤ ਛੰਦ ਵਿੱਚ ਰਚਿਆ ਗਿਆ, ਜਦੋਂ ਕਿ ਵਾਰ ਪੌੜੀ ਛੰਦ ਵਿੱਚ ਰਚੀ ਜਾਂਦੀ ਹੈ ਤੇ ਪੌੜੀ ਛੰਦ ਅੱਗੇ ਆਪਣੀ ਦੋ ਭਾਗਾਂ ਵਿੱਚ ਵੰਡੀ ਜਾਂਦੀ ਆ, ਇੱਕ ਸਿਰਖੰਡੀ ਤੇ ਦੂਜਾ ਕੀ ਚੀਜ਼? ਨਿਸ਼ਾਨੀ ਛੰਦ। ਕਲੀਅਰ ਹੋ ਗਈ ਜੀ ਗੱਲ? ਸੋ ਆਓ ਅੱਗੇ ਚੱਲਦੇ ਹਾਂ, ਅੱਗੇ ਵੇਖਦੇ ਹਾਂ। ਹੁਣ ਵਾਰ ਬਾਰੇ ਕੁਝ ਬੇਸਿਕ ਚੀਜ਼ਾਂ ਜੋ ਸਾਨੂੰ ਧਿਆਨ ਹੋਣਾ ਬੇहद ਜ਼ਰੂਰੀ ਆ। ਉਹ ਕੀ ਚੀਜ਼ ਕਿ ਇੱਕ ਤਾਂ ਵਾਰ ਬਾਰੇ ਕਈ ਵਿਦਵਾਨਾਂ ਨੇ ਆਪਣੇ ਅਲੱਗ-ਅਲੱਗ ਮਤ ਦਿੱਤੇ। ਕਈਆਂ ਨੇ ਕਿਹਾ ਕਿ ਮੰਨ ਲਓ ਹੁਣ ਐਸ ਬੇਦੀ ਸਾਹਿਬ ਕਹਿ ਰਹੇ ਕਿ ਵਾਰ ਤਾਂ ਪੰਜਾਬੀ ਦੇ ਲੋਕ ਗੀਤ ਕੀ ਆ? ਵਾਰਨੇ ਆ। ਹੁਣ ਅਲੱਗ-ਅਲੱਗ ਰਾਈਟਰ, ਭਾਈ ਕਾਹਨ ਸਿੰਘ ਨਾਭਾ ਜੀ ਕੁਝ ਹੋਰ ਕਹਿ ਰਹੇ ਨੇ, ਠੀਕ ਹੈ ਜੀ। ਉਸ ਤਰੀਕੇ ਨਾਲ ਅਲੱਗ-ਅਲੱਗ ਰਾਈਟਰਾਂ ਨੇ ਆਪਣੇ ਜੋ ਪਰਿਭਾਸ਼ਾਵਾਂ ਦਿੱਤੀਆਂ ਉਹਨਾਂ ਤੇ ਆਪਾਂ ਚਰਚਾ ਕਰੀਏ ਤਾਂ ਵੇਖੋ, ਭਾਈ ਕਾਹਨ ਸਿੰਘ ਨਾਭਾ ਦੇ ਅਨੁਸਾਰ ਵਾਰ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਵ੍ਰੀ ਧਾਤੂ ਤੋਂ ਹੋਈ ਹੈ। ਹੁਣ ਇਹ ਵੀ ਪ੍ਰਸ਼ਨ ਬਣਨ ਵਾਲਾ ਹੈ ਕਿ ਵਾਰ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੀ ਕਿਹੜੇ ਧਾਤੂ ਤੋਂ ਹੋਈ ਆ? ਸੰਸਕ੍ਰਿਤ ਦੇ ਵ੍ਰੀ ਧਾਤੂ ਤੋਂ ਹੋਈ ਆ, ਜਿਸ ਦਾ ਅਰਥ ਅਸੀਂ ਕੀ ਪੜ੍ਹਦੇ ਹਾਂ? ਜਿਸ ਦੇ ਅਰਥ ਹਨ ਵੈਰੀ ਦੇ ਹਮਲੇ ਨੂੰ ਰੋਕਣ ਵਾਲਾ ਜਾਂ ਖੁਦ ਆਪ ਉਹ ਕੀ ਚੀਜ਼ ਹਮਲਾ ਕਰਨ ਵਾਲਾ, ਦੋਵੇਂ ਭਾਗਾਂ ਵਿੱਚ ਪੜਿਆ ਜਾਂਦਾ। ਫਿਰ ਇੱਕ ਰਾਈਟਰ ਸਾਨੂੰ ਮਿਲੇ ਅੱਗੇ, ਪ੍ਰੋਫੈਸਰ ਪਿਆਰਾ ਸਿੰਘ ਪਦਮ ਸਾਹਿਬ। ਪਿਆਰਾ ਸਿੰਘ ਪਦਮ ਜੀ ਕਹਿੰਦੇ ਕਿ ਵਾਰ ਸ਼ਬਦ ਦਾ ਮੂਲ ਜੋ ਅਰਥ ਹੈ ਉਹ ਤਾਂ ਵਾਰਤਾ ਹੈ। ਹੁਣ ਮਤਲਬ ਇਹ ਰਾਈਟਰ ਹੈ, ਆਪਣੇ ਬਿਆਨ ਜਾਰੀ ਕਰ ਰਹੇ, ਅਲੱਗ-ਅਲੱਗ ਚੀਜ਼ਾਂ ਜੋ ਸੋਚ ਰਹੇ ਆ ਕਿ ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਕਿ ਵਾਰ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਵ੍ਰੀ ਧਾਤੂ ਤੋਂ ਹੋਈ ਹੈ। ਕਲੀਅਰ ਹੋ ਗਈ ਜੀ ਗੱਲ? ਅੱਗੇ ਪਿਆਰਾ ਸਿੰਘ ਜੀ ਪਦਮ ਸਾਹਿਬ ਕਹਿੰਦੇ ਕਿ ਨਹੀਂ ਜੀ, ਵਾਰ ਸ਼ਬਦ ਦਾ ਅਰਥ ਤਾਂ ਕੀ ਚੀਜ਼? ਮੂਲ ਅਰਥ ਵਾਰਤਾ ਦੇ ਨਾਲ ਹੈ, ਵਾਰਤਾ ਨਾਲ। ਫਿਰ ਤੀਜੇ ਰਾਈਟਰ ਸਾਨੂੰ ਮਿਲਦੇ ਆ ਪ੍ਰੋਫੈਸਰ ਪ੍ਰੀਤਮ ਸਿੰਘ ਜੀ। ਪ੍ਰੀਤਮ ਸਿੰਘ ਜੀ ਕਹਿੰਦੇ ਉਹਨਾਂ ਨੇ ਤਾਂ ਵਾਰ ਦੇ ਅਲੱਗ-ਅਲੱਗ 6 ਪੱਖਾਂ ਨੂੰ ਜ਼ਾਹਿਰ ਕੀਤਾ, ਜਿਸ ਵਿੱਚ ਸਾਨੂੰ ਇਹ ਲੱਗਦਾ ਕਿ ਜਦੋਂ ਅਸੀਂ ਕੁਝ ਮੰਨ ਲਓ PS ਟੈਟ HTET ਦੇ ਕੁਝ ਪੁਰਾਣੇ ਪੇਪਰਾਂ ਨੂੰ ਜੇ ਆਪਾਂ ਨਾਲ ਚੱਕ ਕੇ ਵੇਖੀਏ ਤਾਂ ਉੱਥੇ ਇਸ ਤੋਂ ਸੰਬੰਧਿਤ ਪ੍ਰਸ਼ਨ ਪੁੱਛਿਆ ਗਿਆ ਸੀਗਾ। ਪ੍ਰਸ਼ਨ ਕੀ ਚੀਜ਼ ਪੁੱਛਿਆ ਗਿਆ ਸੀਗਾ ਕਿ ਪ੍ਰੀਤਮ ਸਿੰਘ ਜੀ ਨੇ ਵਾਰ ਸ਼ਬਦ ਦੀ ਉਤਪਤੀ ਬਾਰੇ ਜਾਂ ਵਿਕਾਸ ਬਾਰੇ ਉਹਨਾਂ ਨੇ ਜੋ ਆਪਣੇ 6 ਪੱਖ ਦੱਸੇ ਸੀ, ਉਹਨਾਂ ਦੇ ਵਿੱਚੋਂ ਬਾਰਹਟ ਦਾ ਅਰਥ ਪੁੱਛਿਆ ਗਿਆ ਸੀ। ਬਾਰਹਟ ਕੀ ਹੈ? ਬਾਰਹਟ ਰਾਜਸਥਾਨ ਵਿੱਚ ਭੱਟ ਕਵੀਆਂ ਦੀ ਇੱਕ ਜਾਤੀ ਆ। ਕਿਵੇਂ? ਆਓ ਵੇਖਦੇ ਹਾਂ ਇੱਕ ਵਾਰ ਵਾਪਸ ਆਪਾਂ ਕਿ ਪ੍ਰੀਤਮ ਸਿੰਘ ਜੀ ਕੀ ਕਹਿ ਰਹੇ ਹਨ ਵਾਰ ਦੇ ਬਾਰੇ। ਉਹਨਾਂ ਦੇ ਅਨੁਸਾਰ ਵਾਰ ਸ਼ਬਦ ਦੇ ਉਹਨਾਂ ਨੇ ਪਹਿਲੀ ਚੀਜ਼ 6 ਪੱਖ ਦੱਸੇ। ਇਹਨਾਂ 6 ਪੱਖਾਂ ਦੇ ਵਿੱਚੋਂ ਪਹਿਲਾ ਪੱਖ ਕਹਿੰਦਾ ਕਿ ਵਾਰ ਸ਼ਬਦ ਸੰਸਕ੍ਰਿਤ ਦੇ ਵ੍ਰੀ ਧਾਤੂ ਤੋਂ ਬਣਿਆ, ਜੋ ਸੇਮ ਕਿਹਨੇ ਕਿਹਾ ਸੀ? ਸ਼ੁਰੂ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਕਿਹਾ ਸੀ। ਕਲੀਅਰ ਹੋਈ ਗੱਲ ਜੀ? ਅੱਗੇ ਚੱਲਦੇ ਹਾਂ। ਉਹਨਾਂ ਦੇ ਅਨੁਸਾਰ ਵਾਰ ਸ਼ਬਦ ਦਾ ਦੂਜਾ ਅਰਥ ਕੀ ਚੀਜ਼ ਹੈ ਜੀ? ਵਾਰ ਭਾਵ ਉਹ ਤਾਂ ਸਮੂਹ ਹੈ, ਸਮੂਹ ਦੇ ਰੂਪ ਵਿੱਚ ਬੋਲਿਆ ਉਹਨਾਂ ਨੇ। ਤੀਜਾ ਪਾਠ ਸੁਣੋ। ਤੀਜੇ ਅਰਥ ਵਿੱਚ ਕਹਿੰਦੇ ਕਿ ਵਰਜਣਾ ਜਾਂ ਰੋਕਣਾ। ਚੌਥਾ ਅਰਥ ਕਹਿੰਦਾ ਜੀ ਵਾਰ-ਵਾਰ ਦੁਹਰਾਓ, ਤੇ ਵਾਰ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਵ੍ਰੀ ਧਾਤੂ ਤੋਂ ਹੋਈ ਹੈ, ਜਿਸ ਦਾ ਵੈਸੇ ਵੀ ਅਰਥ ਅਸੀਂ ਕੀ ਪੜ੍ਹਦੇ ਹਾਂ? ਵਾਰ-ਵਾਰ ਦੁਹਰਾਉਣ ਦੇ ਰੂਪ ਵਿੱਚ, ਭਾਵ ਰੋਕਣ ਵਾਲਾ ਜਾਂ ਕਰਨ ਵਾਲਾ, ਹਮਲੇ ਦੇ ਰੂਪ ਵਿੱਚ, ਕਿਸੇ ਵੀ ਤਰੀਕੇ ਨਾਲ ਪੜ੍ਹੋ ਤੁਸੀਂ। ਪੰਜਵਾਂ ਅਰਥ ਮੇਨ ਆ ਤੇ ਛੇਵਾਂ ਅਰਥ। ਪੰਜਵੇਂ ਅਰਥ ਵਿੱਚ ਉਹਨਾਂ ਨੇ ਕੀ ਪੜਿਆ ਕਿ ਵਾਰ ਸ਼ਬਦ ਦਾ ਅਰਥ ਹੈ ਜੀ ਬਾਰ ਭਾਵ ਆਪਾਂ ਦੇਸੀ ਸ਼ਬਦ ਆਇਆ ਆਪਣਾ, ਜਿਹਨੂੰ ਆਪਾਂ ਘਰਾਂ ਦੇ ਵਿੱਚ ਕੀ ਕਹਿੰਦੇ ਆ? ਗੇਟ ਭਾਵ ਦਰਵਾਜ਼ਾ ਕਹਿੰਦੇ ਆ। ਤੇ ਉਸ ਤੋਂ ਇਲਾਵਾ ਲਾਸਟ ਦੇ ਵਿੱਚ ਛੇਵੇਂ ਅਰਥ ਵਿੱਚ ਉਹ ਕਹਿ ਰਿਹਾ ਕਿ ਜੋ ਮੈਂ ਹੁਣੇ ਬੋਲਿਆ ਕਿ ਪਿੱਛੇ HTET ਦੇ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਪ੍ਰੀਤਮ ਸਿੰਘ ਨੇ ਵਾਰ ਸ਼ਬਦ ਦੀ ਉਤਪਤੀ ਬਾਰੇ ਜੋ ਆਪਣਾ ਛੇਵਾਂ ਪੱਖ ਦੱਸਿਆ
ਦੱਸਿਆ ਸੀ ਉਸ ਦੇ ਵਿੱਚ ਬਾਰਹਟ ਕੀ ਆ ਤਾਂ ਬਾਰਹਟ ਰਾਜਸਥਾਨ ਦੇ ਵਿੱਚ ਆਪਣੇ ਭੱਟ ਕਵੀਆਂ ਦੀ ਇੱਕ ਜਾਤੀ ਦਾ ਨਾਮ ਉਹਨਾਂ ਨੇ ਦੱਸਿਆ। ਕਲੀਅਰ ਹੋ ਗਈ ਜੀ ਗੱਲ। ਫਿਰ ਉਸ ਤੋਂ ਬਾਅਦ SS ਬੇਦੀ ਸਾਹਿਬ, ਸੁਹਿੰਦਰ ਸਿੰਘ ਬਣਜਾਰਾ ਬੇਦੀ ਜੀ ਕਹਿੰਦੇ ਵਾਰ ਤਾਂ ਪੰਜਾਬੀ ਦਾ ਲੋਕ ਗੀਤ ਕੀ ਆ, ਵਾਰਨੇ ਆ ਜੀ। ਕਲੀਅਰ ਹੋ ਗਈ ਜੀ ਗੱਲ, ਪੰਜਾਬੀ ਲੋਕ ਗੀਤ ਵਾਰਨੇ ਆ। ਉਸ ਤੋਂ ਬਾਅਦ ਹੁਣ ਆਪਾਂ ਚਰਚਾ ਕਰੀਏ ਵਾਰਾਂ ਦੇ ਕਾਵ ਦੇ ਤੱਤ ਤੇ। ਇਸ ਤੋਂ ਪਹਿਲਾਂ ਮੈਂ ਇੱਕ ਪੁਆਇੰਟ ਹੋਰ ਬੋਲਣਾ ਚਾਹੂੰਗਾ, ਜੇ ਮੈਂ ਵਾਰ ਨੂੰ ਦੋ ਭਾਗਾਂ 'ਚ ਵੰਡਾਂ, ਮੈਂ ਵਾਰ ਨੂੰ ਦੇਖੋ ਇੱਥੇ ਦੋ ਭਾਗਾਂ ਦੇ ਵਿੱਚ ਵੰਡ ਕੇ ਆਪਾਂ ਜੇ ਚਰਚਾ ਸ਼ੁਰੂ ਕਰੀਏ, ਥੋੜਾ ਵੇਖੀਏ ਤਾਂ ਦੇਖੋ ਵਾਰ ਆਪਣੇ ਮੁੱਖ ਰੂਪ ਵਿੱਚ ਦੋ ਭਾਗਾਂ ਦੇ ਵਿੱਚ ਵੰਡੀ ਗਈ। ਇੱਕ ਤਾਂ ਹੋਈਆਂ ਲੋਕ ਵਾਰਾਂ, ਇੱਕ ਤਾਂ ਹੋਈਆਂ ਲੋਕ ਵਾਰਾਂ ਤੇ ਦੂਜੀਆਂ ਕਿਹੜੀਆਂ, ਅਧਿਆਤਮਕ ਵਾਰਾਂ। ਹੁਣ ਪ੍ਰਸ਼ਨ ਇਹਨਾਂ ਚੋਂ ਕੀ ਚੀਜ਼ ਬਣਦਾ, ਇੱਕ ਬੇਸਿਕ ਪ੍ਰਸ਼ਨ ਦੇਖੀਏ ਆਪਾਂ ਤਾਂ ਇੱਕ ਪ੍ਰਸ਼ਨ ਤਾਂ ਇਹ ਬਣ ਗਿਆ ਕਿ ਲੋਕ ਵਾਰਾਂ ਦਾ ਵਿਸ਼ਾ ਕੀ ਆ, ਅਧਿਆਤਮਿਕ ਵਾਰਾਂ ਦਾ ਵਿਸ਼ਾ ਕੀ ਆ। ਤਾਂ ਪ੍ਰਸ਼ਨ ਦੇਖਿਓ, ਲੋਕ ਵਾਰਾਂ ਦਾ ਜੋ ਵਿਸ਼ਾ ਸੀ, ਲੋਕ ਵਾਰਾਂ ਦਾ ਵਿਸ਼ਾ ਜਰ ਜੋਰੂ ਅਤੇ ਜ਼ਮੀਨ, ਜਰ ਜੋਰੂ ਅਤੇ ਜ਼ਮੀਨ। ਤੇ ਉਸੇ ਤਰੀਕੇ ਨਾਲ ਅਧਿਆਤਮਿਕ ਵਾਰਾਂ ਦਾ ਜਦੋਂ ਅਸੀਂ ਵਿਸ਼ਾ ਪੜ੍ਹਦੇ ਹਾਂ ਤਾਂ ਅਧਿਆਤਮਿਕ ਵਾਰਾਂ ਦਾ ਵਿਸ਼ਾ ਕੀ ਚੀਜ਼ ਸੀ, ਨੇਕੀ ਅਤੇ ਬਦੀ, ਸੱਚ ਅਤੇ ਝੂਠ ਦੀ ਲੜਾਈ। ਨੇਕੀ ਅਤੇ ਬਦੀ ਦੇ ਰੂਪ ਵਿੱਚ ਸੱਚ ਅਤੇ ਝੂਠ ਦੀ ਲੜਾਈ ਦਾ ਅਸੀਂ ਵਿਵਰਣ ਪੜ੍ਹਦੇ ਹਾਂ। ਹੁਣ ਇੱਕ ਪ੍ਰਸ਼ਨ ਇਸ 'ਚ ਹੋਰ ਬਣਨ ਵਾਲਾ ਹੈ ਕਿ ਲੋਕ ਵਾਰਾਂ ਕਿੰਨੀਆਂ ਹੋਈਆਂ। ਲੋਕ ਵਾਰਾਂ ਕੁੱਲ ਵੈਸੇ ਹੋਈਆਂ ਕਿੰਨੀਆਂ ਜੀ, 9 ਹੋਈਆਂ। ਹੁਣ 9 ਨੂੰ ਵੀ ਕਈ ਵਾਰ ਉਹ ਡਿਵਾਈਡ ਕਰਕੇ ਪ੍ਰਸ਼ਨ ਲੈ ਲੈਂਦਾ, ਕਿਵੇਂ ਕਿ ਆਪਾਂ ਕਹੀਏ ਆਦਿ ਕਾਲ ਦੇ ਵਿੱਚ ਕਿੰਨੀਆਂ ਲੋਕ ਵਾਰਾਂ ਪੜ੍ਹਦੇ ਆ। ਆਦਿ ਕਾਲ 'ਚ ਅਸੀਂ ਕੁੱਲ 6 ਲੋਕ ਵਾਰਾਂ ਪੜ੍ਹਦੇ ਆ। ਫਿਰ ਮੱਧ ਕਾਲ ਦੇ ਵਿੱਚ ਜਾ ਕੇ ਅਸੀਂ 3 ਲੋਕ ਵਾਰਾਂ ਦਾ ਜ਼ਿਕਰ ਹੋਰ ਪੜ੍ਹਦੇ ਆ। ਕੁੱਲ ਮਿਲਾ ਕੇ ਕਿੰਨੀਆਂ ਲੋਕ ਵਾਰਾਂ ਹੋਈਆਂ, 9 ਲੋਕ ਵਾਰਾਂ ਹੋਈਆਂ। ਜਿਨ੍ਹਾਂ ਇਹਨਾਂ 9 ਦੀਆਂ 9 ਲੋਕ ਵਾਰਾਂ ਨੂੰ ਯਾਦ ਰੱਖਿਓ, ਧੁਨੀਆਂ ਵਾਲੀਆਂ ਵਾਰਾਂ ਵੀ ਕਿਹਾ ਗਿਆ। ਧੁਨੀਆਂ ਵਾਲੀਆਂ ਵਾਰਾਂ ਵੀ ਕਿਹਾ ਗਿਆ। ਜੋ ਇਹਨਾਂ ਦਾ ਵਿਵਰਣ ਅਸੀਂ ਕੀ ਪੜ੍ਹਦੇ ਆ, ਤੁਹਾਨੂੰ ਜੇ ਆਪਾਂ ਥੋੜਾ ਜਿਹਾ ਡੀਪ ਥੋੜਾ ਜਾਈਏ, ਟੁੰਡੇ ਅਸਰਾਜੇ ਦੀ ਵਾਰ, ਲੱਲੇ ਬਹਲੀਮੇ ਦੀ ਵਾਰ, ਤਾਂ ਇਹੋ ਜਿਹੀਆਂ ਵਾਰਾਂ ਜੇ ਅਸੀਂ ਪੜ੍ਹਦੇ ਆ। ਹੁਣ ਪ੍ਰਸ਼ਨ ਇੱਕ ਇੱਥੇ ਬਣਨ ਵਾਲਾ ਕੀ ਚੀਜ਼ ਆ, ਇੱਕ ਪ੍ਰਸ਼ਨ ਇਹ ਵੀ ਯਾਦ ਰੱਖਿਓ, ਪ੍ਰਸ਼ਨ ਆ ਜੇ ਕਿ ਪਹਿਲੀ ਸਾਡੀ ਅਧਿਆਤਮਿਕ ਵਾਰ ਕਿਹੜੀ ਆ। ਹੁਣ ਮੰਨ ਲਓ ਮੈਂ ਅਧਿਆਤਮਿਕ ਵਾਰਾਂ ਦਾ ਜ਼ਿਕਰ ਕਰ ਰਿਹਾ ਕਿ ਜਿੱਥੇ ਅਸੀਂ ਪੜ੍ਹ ਰਹੇ ਹਾਂ ਕਿ ਅਧਿਆਤਮਿਕ ਵਾਰਾਂ ਦਾ ਵਿਸ਼ਾ ਨੇਕੀ ਅਤੇ ਬਦੀ ਦੇ ਰੂਪ ਵਿੱਚ ਆ, ਤਾਂ ਇੱਕ ਪ੍ਰਸ਼ਨ ਇਹ ਵੀ ਤਾਂ ਬਣ ਸਕਦਾ ਕਿ ਪਹਿਲੀ ਅਧਿਆਤਮਿਕ ਵਾਰ ਕਿਹਦੀ ਸੀ। ਤਾਂ ਪਹਿਲੀ ਅਧਿਆਤਮਿਕ ਵਾਰ ਕਿਹਨਾਂ ਦੀ, ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਵਾਰ ਜੀ, ਆਸਾ ਜੀ ਦੀ ਵਾਰ, ਆਸਾ ਦੀ ਵਾਰ। ਠੀਕ ਹੈ ਜੀ, ਪਹਿਲੀ ਵਾਰ ਕਿਹਦੀ ਸੀ, ਗੁਰੂ ਨਾਨਕ ਦੇਵ ਜੀ ਦੀ ਆਸਾ ਜੀ ਦੀ ਵਾਰ ਪਹਿਲੀ ਸਾਡੀ ਅਧਿਆਤਮਿਕ ਵਾਰ ਦਾ ਦਰਜਾ ਰੱਖਦੀ ਹੈ। ਠੀਕ ਹੈ ਜੀ, ਇੱਥੇ ਅਧਿਆਤਮਿਕ ਵਾਰਾਂ ਦੇ ਵਿੱਚ ਜੇ ਅਸੀਂ ਥੋੜਾ ਜਿਹਾ ਬੇਸ ਵਿੱਚ ਇੰਨਾ ਕਿ ਇੱਕ ਵਾਰ ਪੜ੍ਹ ਕੇ ਛੱਡੀਏ ਤਾਂ ਕੁੱਲ ਸਾਨੂੰ ਕਿੰਨੀਆਂ ਅਧਿਆਤਮਿਕ ਵਾਰਾਂ ਦਾ ਜ਼ਿਕਰ ਮਿਲਦਾ ਹੈ, ਕੁੱਲ 63 ਅਧਿਆਤਮਿਕ ਵਾਰਾਂ ਦਾ ਸਾਨੂੰ ਜ਼ਿਕਰ ਮਿਲਦਾ ਹੈ। ਹੁਣ ਪ੍ਰਸ਼ਨ ਦੇਖੋ, ਪਿੱਛੇ ਵਾਪਸ ਚਲੀਏ ਆਪਾਂ। ਵਾਰ ਦਾ ਆਪਣਾ ਵਸਤੂ ਵਿਧਾਨ ਹੈ, ਮਤਲਬ ਵਾਰਾਂ ਨੂੰ ਜਦੋਂ ਵਰਗੀਕਰਨ ਦੇ ਰੂਪ ਵਿੱਚ ਪੜ੍ਹਦੇ ਆ ਆਪਾਂ ਤਾਂ ਵਰਗੀਕਰਨ ਦੇ ਰੂਪ ਵਿੱਚ ਵਾਰ ਕਿਵੇਂ ਪੜ੍ਹੀ ਜਾਂਦੀ ਹੈ ਆਪਣੇ ਆਪਣੇ ਵਿਸ਼ਿਆਂ ਦੇ ਵਿੱਚ, ਤਾਂ
ਕਲੀਅਰ ਕਰੋ। ਦੇਖੋ ਇੱਥੇ ਵਾਰ ਦੇ ਵਸਤੂ ਵਿਧਾਨ ਨੂੰ ਮੁੱਖ ਰੂਪ ਦੇ ਵਿੱਚ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ? 3 ਭਾਗਾਂ ਦੇ ਵਿੱਚ ਵੰਡਿਆ ਗਿਆ। ਕਿਹੜੇ ਕਿਹੜੇ? ਇੱਕ ਤਾਂ ਸੀ ਜੀ ਮੰਗਲਾਚਰਨ। ਠੀਕ ਹੈ ਜੀ। ਹੁਣ ਪ੍ਰਸ਼ਨ ਇਹ ਹੈ ਕਿ ਮੰਗਲਾਚਰਨ ਕੀ ਹੁੰਦਾ ਹੈ? ਮੰਗਲਾਚਰਨ ਦਾ ਅਰਥ ਹੁੰਦਾ ਹੈ ਕਿ ਯੁੱਧ ਵਿੱਚ ਜਾਣ ਤੋਂ ਪਹਿਲਾਂ ਆਪਣੇ ਇਸ਼ਟ ਦੇਵਤਾ ਨੂੰ ਯਾਦ ਕਰਨਾ। ਮੰਗਲਾਚਰਨ ਦਾ ਅਰਥ ਕੀ ਚੀਜ਼ ਆ? ਆਪਣੇ ਇਸ਼ਟ ਦੇਵਤਾ ਨੂੰ ਯਾਦ ਕਰਨਾ। ਯੁੱਧ ਵਿੱਚ ਜਾਣ ਤੋਂ ਪਹਿਲਾਂ ਯੁੱਧ ਵਿੱਚ ਜਾਣ ਤੋਂ ਪਹਿਲਾਂ ਆਪਣੇ ਇਸ਼ਟ ਦੇਵਤਾ ਨੂੰ ਕੀ ਕਰਨਾ? ਯਾਦ ਕਰਨਾ। ਹੁਣ ਦੂਜਾ ਪਾਰਟ ਕੀ ਆਇਆ? ਸੈਕਿੰਡ ਪਾਰਟ ਸਾਡੇ ਕੋਲੇ ਆ ਗਿਆ ਜੀ। ਹੁਣ ਵਾਰ ਦਾ ਕੀ ਚੀਜ਼? ਕਥਾ ਵਸਤੂ। ਕਥਾ ਵਸਤੂ ਜਿਹੜੀ ਵਾਰ ਦੀ ਹੈ ਉਸ ਨੂੰ ਅਸੀਂ 3 ਰੂਪਾਂ ਦੇ ਵਿੱਚ ਵੰਡ ਕੇ ਪੜ੍ਹਦੇ ਹਾਂ। ਵਾਰ ਦੀ ਜੋ ਕਥਾ ਵਸਤੂ ਹੈ ਉਹਨੂੰ 3 ਰੂਪਾਂ ਦੇ ਵਿੱਚ ਵੰਡ ਕੇ ਪੜ੍ਹਦੇ ਹਾਂ। ਹੁਣ ਨੰਬਰ 1 ਸ਼ੰਕਾ। ਹੁਣ ਸ਼ੰਕਾ ਦਾ ਮਤਲਬ ਕੀ? ਕਿ ਕੋਈ ਵੀ ਯੁੱਧ ਹੋਏਗਾ ਤਾਂ ਸਭ ਤੋਂ ਪਹਿਲਾਂ 2 ਧੜਿਆਂ ਦੇ ਵਿੱਚ ਕੋਈ ਕਾਰਨ ਤਾਂ ਬਣਿਆ ਹੀ ਹੋਏਗਾ ਯੁੱਧ ਦਾ, ਕੋਈ ਸ਼ੰਕਾ ਤਾਂ ਉਪਜੀ ਹੋਏਗੀ। ਤਾਂ ਸਿੰਪਲ ਭਾਸ਼ਾ 'ਚ ਤੁਸੀਂ ਇਹ ਕਹਿ ਸਕਦੇ ਹੋ ਸ਼ੰਕਾ ਤੋਂ ਭਾਵ ਉੱਥੇ ਯੁੱਧ ਦੇ ਕੀ ਕਾਰਨ ਬਣੇ। ਜੋ ਕਾਰਨ ਬਣੇ ਉਹੀਓ ਸਾਡੇ ਸ਼ੰਕਾ ਦਾ ਇੱਕ ਪਾਰਟ ਆਇਆ। ਕਲੀਅਰ ਹੋ ਗਈ ਜੀ ਗੱਲ? ਅੱਗੇ ਚੱਲਦੇ ਹਾਂ। ਦੂਜੇ ਪਾਰਟ ਦੇ ਵਿੱਚ ਸੰਘਰਸ਼ ਦੀ ਜਦੋਂ ਅਸੀਂ ਗੱਲ ਕੀਤੀ ਕਿ ਜਦੋਂ 2 ਨੰਬਰ ਪਾਰਟ ਦੇ ਵਿੱਚ ਆਪਾਂ ਸੰਘਰਸ਼ ਤੇ ਗਏ ਤਾਂ ਸੰਘਰਸ਼ ਦੇ ਵਿੱਚ ਕੀ ਚੀਜ਼ ਪੜਿਆ ਗਿਆ ਕਿ ਜੋ ਦੋਹਾਂ ਧਿਰਾਂ ਨੇ ਯੁੱਧ ਲੜਿਆ ਉਸ ਯੁੱਧ ਦਾ ਵਿਸਤਾਰ ਦੱਸਣਾ ਤੁਸੀਂ ਕਿ ਯੁੱਧ ਦਾ ਵਿਸਤਾਰ ਹੋਇਆ ਕੀ ਚੀਜ਼। ਸਿੰਪਲ ਭਾਸ਼ਾ 'ਚ ਇਹ ਕਹਿ ਸਕਦੇ ਹੋ ਕਿ ਜੋ ਸੰਘਰਸ਼ ਹੋਇਆ ਸੰਘਰਸ਼ ਦੇ ਵਿੱਚ ਤੁਸੀਂ ਯੁੱਧ ਦਾ ਵਿਸਥਾਰ ਦੱਸਣਾ ਕਿ ਯੁੱਧ ਵਿੱਚ ਹੋਇਆ ਕੀ। ਫਿਰ ਲਾਸਟ ਵਿੱਚ ਕੀ ਮਿਲਿਆ ਸਾਨੂੰ? ਤੀਜੇ ਨੰਬਰ ਤੇ ਮਿਲਿਆ ਜਾ ਕੇ ਸਮਾਧਾਨ। ਸਮਾਧਾਨ ਦਾ ਮਤਲਬ ਹੁਣ ਯੁੱਧ ਦਾ ਰਿਜ਼ਲਟ ਕੀ ਨਿਕਲਿਆ। ਇਸ ਨੂੰ ਅਸੀਂ ਇੱਕ ਅੱਗੇ ਜਾ ਕੇ ਪਾਰਟ ਪੜ੍ਹਦੇ ਹਾਂ ਮਹਾਤਮ। ਮਹਾਤਮ ਤੇ ਸਮਾਧਾਨ ਇਸੇ ਇੱਕ ਦਾ ਹੀ ਪਾਰਟ ਹੈ। ਮਹਾਤਮ ਦਾ ਅਰਥ ਵੀ ਅਸੀਂ ਇਹਨਾਂ ਦੋਨਾਂ ਦੇ ਅਰਥਾਂ ਨੂੰ ਅਸੀਂ ਕਾਹਦੇ ਵਿੱਚ ਪੜ੍ਹਦੇ ਹਾਂ? ਦੋਵਾਂ ਦੇ ਦੋਵੇਂ ਅਰਥ ਨਤੀਜੇ ਅਤੇ ਫਲ ਦੇ ਰੂਪ ਵਿੱਚ ਪੜ੍ਹਦੇ ਹਾਂ। ਜਾਂ ਅਸੀਂ ਇਹ ਕਹੀਏ ਕਿ ਸਮਾਧਾਨ ਦਾ ਅਰਥ ਹੈ ਕਿ ਹੁਣ ਯੁੱਧ ਤੋਂ ਬਾਅਦ ਕੀ ਸਿੱਟਾ ਨਿਕਲਿਆ, ਕੀ ਰਿਜ਼ਲਟ ਨਿਕਲਿਆ। ਤੇ ਮਹਾਤਮ ਦਾ ਅਰਥ ਵੀ ਕੀ ਚੀਜ਼ ਹੁੰਦਾ? ਵੈਸੇ ਨਤੀਜਾ ਹੀ ਹੁੰਦਾ ਕਿ ਯੁੱਧ ਦਾ ਕੀ ਨਤੀਜਾ ਨਿਕਲਿਆ, ਕੀ ਫਲ ਨਿਕਲਿਆ, ਕੀ ਹੁਣ ਹੋਇਆ ਕੀ ਚੀਜ਼। ਤਾਂ ਭਾਵ ਇੱਥੇ ਪ੍ਰਸ਼ਨ ਕੀ ਯਾਦ ਰੱਖਣ ਵਾਲਾ ਹੈ ਕਿ ਵਾਰ ਦੇ ਜੋ ਅਸੀਂ ਵਿਵਰਣ ਪੜ੍ਹਦੇ ਹਾਂ ਵਰਗੀਕਰਨ ਦਾ, ਉੱਥੇ ਵਾਰ ਦੇ ਵਸਤੂ ਵਿਧਾਨ ਨੂੰ ਮੁੱਖ ਰੂਪ ਵਿੱਚ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਕੀ ਕੁਝ 3 ਪਾਰਟ? ਨੰਬਰ 1 ਮੰਗਲਾਚਰਨ। ਮੰਗਲਾਚਰਨ ਤੋਂ ਭਾਵ ਕਿ ਤੁਸੀਂ ਯੁੱਧ ਵਿੱਚ ਜਾਣ ਤੋਂ ਪਹਿਲਾਂ ਆਪਣੇ ਇਸ਼ਟ ਦੇਵਤਾ ਨੂੰ ਯਾਦ ਕਰਨਾ। ਦੂਜੇ ਪਾਰਟ ਦੇ ਵਿੱਚ ਅਸੀਂ ਪੜ੍ਹਦੇ ਹਾਂ ਜੀ ਕੀ ਚੀਜ਼? ਕਥਾ ਵਸਤੂ। ਕਥਾ ਵਸਤੂ ਆਪ ਅੱਗੇ 3 ਭਾਗਾਂ ਦੇ ਵਿੱਚ ਵੰਡੀ ਗਈ ਹੈ, ਸ਼ੰਕਾ, ਸੰਘਰਸ਼ ਅਤੇ ਸਮਾਧਾਨ। ਤੇ ਤੀਜਾ ਫਿਰ ਲਾਸਟ ਪਾਰਟ ਮਿਲਦਾ ਸਾਨੂੰ ਯੁੱਧ ਦਾ ਨਤੀਜਾ ਕੀ ਚੀਜ਼ ਮਿਲਿਆ, ਭਾਵ ਮਹਾਤਮ ਦੇ ਰੂਪ ਵਿੱਚ। ਹੁਣ ਇੱਕ ਪ੍ਰਸ਼ਨ ਹੋਰ ਦੇਖੋ। ਪ੍ਰਸ਼ਨ ਕੀ ਚੀਜ਼ ਬਣ ਸਕਦਾ ਹੈ ਕਿ ਵਾਰ ਦੇ ਵਿੱਚ ਕੀ ਵਾਰ ਦੇ ਵਿੱਚ ਕਿਹੜੇ-ਕਿਹੜੇ ਅਲੰਕਾਰ ਆ ਸਕਦੇ? ਵਾਰ ਵਿੱਚ ਅਲੰਕਾਰ ਵੀ ਤਾਂ ਹੋਣਗੇ। ਕਿਹੜੇ ਅਲੰਕਾਰਾਂ ਦੀ ਵਰਤੋਂ ਹੁੰਦੀ ਹੈ? ਤਾਂ ਯਾਦ ਰੱਖਿਓ ਵਾਰ ਦੇ ਵਿੱਚ ਸਿਰਫ ਇੱਕੋ ਹੀ ਅਲੰਕਾਰ। ਕੀ ਚੀਜ਼? ਜੇ ਪੂਰਾ ਅਸੀਂ ਪਰਿਭਾਸ਼ਾ ਦਾ ਜ਼ਿਕਰ ਸਮਝ ਕੇ ਪੜ੍ਹੀਏ ਤਾਂ ਵਾਰ ਵਿੱਚ ਜੋ ਲੜਨ ਵਾਲੇ ਯੋਧੇ ਹਨ, ਯੋਧਿਆਂ ਦੀ ਬਹਾਦਰੀ ਅਤੇ ਕਾਰਨਾਮਿਆਂ ਨੂੰ ਕਿਹੜੇ ਅਲੰਕਾਰ ਰਾਹੀਂ? ਅਤ ਕਥਨੀ ਅਲੰਕਾਰ ਰਾਹੀਂ। ਕਿਹੜਾ ਅਲੰਕਾਰ ਜੀ? ਅਤ ਕਥਨੀ। ਅਤ ਕਥਨੀ ਅਲੰਕਾਰ ਰਾਹੀਂ ਸਿਰਜਿਆ ਜਾਂਦਾ ਹੈ।
ठीक है जी, क्लीयर होगी गल। हुण इत्थे प्रश्न ये आ कि अतकथनी का अर्थ की हुंदा है। असीं जदों अलंकारां दा विवरण पढ़दे आ तां उत्थे अतकथनी बारे असीं विवरण बहुत चंगे तरीके नाल डीप पढ़दे आ। तां अतकथनी का अर्थ हुंदा है किसी गल नूं वधा चढ़ा के पेश करना। किसी गल नूं वधा चढ़ा के पेश करना किहड़ा अलंकार हुंदा है जी? अतकथनी अलंकार। फिर प्रश्न आया, ये तो हुई अलंकार की गल कि साडी शुरू विच छंदां दी गल भी हुई, एक बार वापस भी छंदां नूं पढ़ांगे आपां। हुण साडी अलंकार तो बाद फिर वाक दे वारां दे विच कोई रस भी तो वरते गए होणगे, तां वार दे विच रस वारां दे विच रस। हुण ये रस किहड़े? याद रखियो, सब तो पहला पॉइंट, प्रधान रस दे तौर ते जदों लड़ाई की गल हो रही है, युद्ध की गल हो रही है, तो इक्को ही रस अपना काम करेगा। वो किहड़ा रस है जी? वीर रस। वीर रस जिसका असी स्थाई भाव की पढ़ते हैं? वीर रस का स्थाई भाव असी की पढ़ते हैं? उत्साह। ठीक है जी, जोश। ये वीर रस मुख तौर ते रसां दे विच रहिंदा है जी। उस तो अलावा कुछ रस दी मदद भी करते हैं, जिमें कि रौद्र रस। ठीक है जी, जिसका स्थाई भाव असी की पढ़ते हैं? क्रोध। जिसका स्थाई भाव की पढ़ते हैं? क्रोध। इस तो अलावा होर किहड़ा रस? भयानक रस। जिसका स्थाई भाव असी की पढ़ते हैं? भै अते डर। कि जदों असी युद्ध के विवरण नूं देखिया तो उस दे विच किहड़ा रस? भयानक रस की वरतों भी असी नाल पढ़ते हैं। फिर इस तो अलावा एक प्रश्न होर तुसी याद रखना है। वो प्रश्न की चीज कि ये तो चलो जिक्र होया साडे कोल लोक वारां दे रूप विच, प्रश्न ते भी आ सकदा कि वारां तां अध्यात्मिक भी होईयां। हुण अध्यात्मिक वारां दे विच याद रखियो, ये प्रश्न भी इक्को ही रस की वरतों ज्यादातर होई है। किहड़ी? नोट ला के लिखियो इसनूं, अध्यात्मक वारां विच किहड़े रस की? शांत रस की वरतों हुई है। किहड़े रस की? शांत रस की वरतों कीती गई है। किहड़े रस की वरतों हुई है जी? शांत रस। शांत रस का स्थाई भाव असी की पढ़ते हैं? वैराग। शांत रस का जो स्थाई भाव असी की पढ़ते हैं? वैराग पढ़ते हैं। इस तो अलावा एक रस होर वरत्या जांदा लोक वारां दे विच, वो किहड़ा? विपत्स रस। विपत्स रस जिसका स्थाई भाव की हुंदा जी? नफरत, घिरना। ठीक है जी, घृणा कह दिंदे आपां, नफरत कह दिंदे आ। तां कहण दा मतलब वारां दे विच रसां दे विच जे रस आएगा तां मेन वीर रस प्रधान रस दे तौर ते काम करेगा। उस दृश नूं देखिया जदों वो एक भयानक रस दा रूप है, लड़ाई दे लई घृणा एक दूजे नाल जे नफरत पैदा होई है, फिर ही युद्ध दा विवरण आया। उस तो अलावा शांत रस जो अध्यात्मक वारां दा मुख विशा है, उस विच किहड़े रस दी वरतों होई है? शांत रस दी वरतों होई है। हुण इत्थे एक पॉइंट फिर होई आ जांदा बार-बार कि तुसीं PDF ते जदों असीं चर्चा करदे कि PDF राही एक बार क्लीयर कीता जावे, तां इत्थे एक प्रश्न होर रह गया कि वार दे विच जो साडे कोल छंदां दा भी जिक्र आया, जिथे असीं शुरू च भी साडी चर्चा हो गई सी कि वार दे विच जो असीं छंदां दा जिक्र पढ़न जा रहे हां कि वार आम तौर ते काहदे विच रची जांदी आ?
ਵਾਰ ਰਚੀ ਜਾਂਦੀ ਹੈ ਜੀ ਪੌੜੀ ਛੰਦ ਦੇ ਵਿੱਚ। ਵਾਰ ਕਾਹਦੇ 'ਚ ਰਚੀ ਜਾਂਦੀ ਹੈ? ਪੌੜੀ ਛੰਦ ਦੇ ਵਿੱਚ। ਪੌੜੀ ਦੇ ਆਪਦੇ ਅੱਗੇ ਦੋ ਪਾਰਟ ਹੈ, ਇੱਕ ਸਿਰਖੰਡੀ ਤੇ ਦੂਜਾ ਕੀ? ਨਿਸ਼ਾਨੀ। ਆਓ ਇਹਨੂੰ ਵੇਖਦੇ ਹਾਂ ਇੱਕ ਵਾਰ। ਇੱਕ ਸਿਰਖੰਡੀ, ਇੱਕ ਨਿਸ਼ਾਨੀ, ਦੋਵਾਂ ਦੇ ਵਿੱਚ ਇੱਕ ਕਾਮਨ ਪੁਆਇੰਟ ਆ। ਕਾਮਨ ਪੁਆਇੰਟ ਕੀ ਚੀਜ਼ ਆ? ਨੰਬਰ 1, ਦੋਵੇਂ ਕਿਹੜੇ ਛੰਦ ਹਨ? ਇਹ ਦੋਵੇਂ ਮਾਤ੍ਰਿਕ ਛੰਦ ਹਨ। ਕਿਹੜੇ ਛੰਦ ਹਨ? ਮਾਤ੍ਰਿਕ। ਇਹਨਾਂ ਦੋਹਾਂ ਹੀ ਛੰਦਾਂ ਦੇ ਵਿੱਚ ਜੋ ਤੁਕਾਂ ਦੀ ਗਿਣਤੀ ਹੁੰਦੀ ਆ, ਜੋ ਤੁਕਾਂ ਦੀ ਗਿਣਤੀ ਹੁੰਦੀ ਆ, ਉਹ ਕਿੰਨੀ ਹੁੰਦੀ ਆ? 4 ਤੋਂ ਲੈ ਕੇ, ਆਮ ਤੌਰ ਤੇ ਸਾਨੂੰ 4 ਤੋਂ ਲੈ ਕੇ 17 ਤੱਕ ਦੀਆਂ ਸਾਨੂੰ ਇੱਥੇ ਤੁਕਾਂ ਮਿਲਦੀਆਂ ਹਨ। ਸਿਰਖੰਡੀ ਅਤੇ ਨਿਸ਼ਾਨੀ ਦੋਵੇਂ ਮਾਤ੍ਰਿਕ ਛੰਦ ਹਨ। ਤੁਕਾਂ ਦੀ ਗਿਣਤੀ ਇਸ ਵਿੱਚ 4 ਤੋਂ ਲੈ ਕੇ 17 ਤੱਕ ਹੁੰਦੀ ਹੈ। ਫਿਰ ਇਹ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਕੌਣ ਕਿਹੜਾ ਛੰਦ ਸਿਰਖੰਡੀ ਦਾ ਹੈ, ਕਿਹੜਾ ਨਿਸ਼ਾਨੀ ਦਾ? ਕਿਉਂਕਿ ਇਹ ਤਾਂ ਕਾਮਨ ਪੁਆਇੰਟ ਆ। ਫਿਰ ਪਹਿਚਾਨ ਦੇ ਲਈ ਇੱਕ ਪਾਰਟ ਬਚਦਾ ਹੈ ਕਿ ਸਿਰਖੰਡੀ ਦੇ ਵਿੱਚ ਜੋ ਤੁਕਾਂਤ ਮੇਲ ਹੁੰਦਾ ਹੈ, ਸਿਰਖੰਡੀ ਦੇ ਵਿੱਚ ਜੋ ਤੁਕਾਂਤ ਮੇਲ ਹੁੰਦਾ ਹੈ, ਉਹ ਤੁਕ ਦੇ ਵਿਚਕਾਰ ਹੁੰਦਾ ਹੈ। ਉਹ ਤੁਕ ਦੇ ਵਿਚਕਾਰ ਹੁੰਦਾ ਹੈ। ਸਿਰਖੰਡੀ ਦੇ ਵਿੱਚ ਜੋ ਤੁਕਾਂਤ ਮੇਲ ਹੈ ਉਹ ਤੁਕ ਦੇ ਵਿਚਕਾਰ ਹੁੰਦਾ ਹੈ। ਫਿਰ ਉਸੇ ਤਰੀਕੇ ਨਾਲ ਨਿਸ਼ਾਨੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਨਿਸ਼ਾਨੀ ਦੇ ਵਿੱਚ ਤੁਕਾਂਤ ਮੇਲ ਤੁਕ ਦੇ ਅੰਤ ਤੇ ਹੁੰਦਾ ਹੈ। ਠੀਕ ਹੈ ਜੀ। ਤਾਂ ਇਹ ਦੋਵਾਂ ਦੇ ਵਿੱਚ ਅੰਤਰ ਵੇਖਣ ਨੂੰ ਮਿਲਿਆ। ਸਿਰਖੰਡੀ ਤੇ ਨਿਸ਼ਾਨੀ 'ਚ ਕਾਮਨ ਪੁਆਇੰਟ ਕੀ? ਕਿ ਦੋਵੇਂ ਮਾਤ੍ਰਿਕ ਛੰਦ, ਦੋਵਾਂ ਦੇ ਵਿੱਚ ਤੁਕਾਂ ਦੀ ਗਿਣਤੀ 4 ਤੋਂ ਲੈ ਕੇ 17 ਤੱਕ ਹੋਈ, ਪਲੱਸ ਲਾਸਟ ਵਿੱਚ ਜਾ ਕੇ ਫਿਰ ਸਾਨੂੰ ਜਦੋਂ ਅੰਤਰ ਵੇਖਣ ਨੂੰ ਮਿਲਿਆ, ਸਿਰਖੰਡੀ ਦੇ ਵਿੱਚ ਅੰਤਰ ਜੋ ਹੈ ਉਹ ਕੀ ਹੈ? ਤੁਕਾਂ ਦਾ ਮੇਲ, ਜੋ ਤੁਕਾਂਤ ਮੇਲ ਜਿਹਨੂੰ ਕਹਿੰਦੇ ਆਪਾਂ, ਉਹ ਤੁਕਾਂਤ ਮੇਲ ਤੁਕ ਦੇ ਵਿਚਕਾਰ ਹੁੰਦਾ ਹੈ, ਤੇ ਨਿਸ਼ਾਨੀ ਦੇ ਵਿੱਚ ਤੁਕਾਂਤ ਮੇਲ ਤੁਕਾਂ ਦੇ ਅੰਤ ਤੇ ਹੁੰਦਾ ਹੈ। ਇੱਥੇ ਹੁਣ ਪ੍ਰਸ਼ਨ ਇਹ ਵੀ ਆਏਗਾ ਕਿ ਤੁਕਾਂਤ ਮੇਲ ਸਰ ਹੁੰਦਾ ਕੀ ਹੈ? ਖੈਰ, ਜਦੋਂ ਵੀ ਆਪਾਂ ਛੰਦ ਟੌਪਿਕ ਨੂੰ ਚੰਗੇ ਤਰੀਕੇ ਨਾਲ ਕਵਰ ਕੀਤਾ, ਉੱਥੇ ਛੰਦਾਂ ਦੇ ਜਦੋਂ ਅਸੀਂ ਮੁੱਖ ਤੱਤ ਪੜ੍ਹਦੇ ਹਾਂ, ਤੁਕ, ਤੁਕਾਂਤ ਮੇਲ, ਚਰਨ ਕੀ ਹੁੰਦਾ ਹੈ, ਵਿਸ਼ਰਾਮ ਕੀ ਹੁੰਦਾ ਹੈ, ਉੱਥੇ ਚੰਗੇ ਤਰੀਕੇ ਨਾਲ ਆਪਾਂ ਇਸ ਨੂੰ ਵਧੀਆ ਤਰੀਕੇ ਨਾਲ, ਡੀਪ ਤਰੀਕੇ ਨਾਲ ਸਮਝ ਕੇ ਹੋਰ ਵੀ ਕਵਰ ਕਰਾਂਗੇ। ਤਾਂ ਇੱਥੇ ਜਾ ਕੇ ਵਾਰ ਟੌਪਿਕ ਦਾ ਜੋ ਸਾਡਾ ਬੇਸ ਆ ਉਹ ਲਗਭਗ ਸਾਡਾ ਕੰਪਲੀਟ ਹੁੰਦਾ। ਹੁਣ ਵਾਰ ਦੇ ਬਾਰੇ ਕੁਝ ਪ੍ਰਸ਼ਨ ਅਸੀਂ ਹੋਰ ਕਵਰ ਕਰ ਸਕਦੇ ਹਾਂ। ਉਹ ਪ੍ਰਸ਼ਨ ਕੀ? ਦੇਖੋ, ਜੋ ਚੀਜ਼ ਸਾਡੀ ਪਹਿਲਾਂ ਹੋ ਚੁੱਕੀ ਹੈ ਕਿ ਸਭ ਤੋਂ ਪਹਿਲੀ ਅਧਿਆਤਮਿਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਹੈ ਜੀ? ਆਸਾ ਜੀ ਦੀ ਵਾਰ ਹੈ। ਹੁਣ ਪ੍ਰਸ਼ਨ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿੰਨੀਆਂ ਵਾਰਾਂ ਦੇ ਵਿੱਚ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਕਿੰਨੀਆਂ ਵਾਰਾਂ ਹਨ? ਤਾਂ ਕੁੱਲ 22 ਵਾਰਾਂ ਦਰਜ ਹਨ। ਹੁਣ ਗੁਰਬਾਣੀ ਦੇ, ਜਿਹਨੂੰ ਅਸੀਂ ਕੀ ਕਹਿੰਦੇ ਆ ਕਿ ਗੁਰਬਾਣੀ ਦੇ, ਦੇਖੋ, ਕੁੰਜੀ ਦੀ ਜਿਨ੍ਹਾਂ ਨੂੰ ਆਪਾਂ ਦਰਜਾ ਦਿੰਨੇ ਆ, ਜਿਨ੍ਹਾਂ ਦੀ ਵਾਰਾਂ ਨੂੰ ਆਪਾਂ ਗੁਰਬਾਣੀ ਦੀ ਕੁੰਜੀ ਦਾ ਦਰਜਾ ਦਿੰਨੇ ਆ, ਭਾਵ ਭਾਈ ਗੁਰਦਾਸ। ਹੁਣ ਨਾ ਭਾਈ ਗੁਰਦਾਸ ਬਾਰੇ ਇੱਕ ਚੀਜ਼ ਯਾਦ ਰੱਖਿਓ। ਪ੍ਰਸ਼ਨ ਦੇਖੋ ਇੱਕ ਤਾਂ ਇਹ ਕਿ ਭਾਈ ਗੁਰਦਾਸ ਜੀ ਦੀਆਂ ਕੁੱਲ 39 ਵਾਰਾਂ ਹਨ, ਪਰ ਕਨਫਿਊਜ਼ਨ ਨਾ ਹੋਇਓ, ਕਈ ਕਿਤਾਬਾਂ ਦੇ ਵਿੱਚ ਜ਼ਿਕਰ ਇਸ ਦਾ 40 ਵੀ ਮੰਨਿਆ ਗਿਆ, ਪਰ ਜੇ ਦੋਵੇਂ ਹੋਣ ਆਪਸ਼ਨ ਦੇ ਵਿੱਚ, ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਕੁੱਲ ਕਿੰਨੀਆਂ ਵਾਰਾਂ ਦਾ ਜ਼ਿਕਰ ਪੜਾਂਗੇ? 39 ਵਾਰਾਂ ਦਾ ਜ਼ਿਕਰ ਪੜਾਂਗੇ। ਇਹੋ ਵਾਰਾਂ ਨੂੰ, ਭਾਈ ਗੁਰਦਾਸ ਜੀ ਦੀਆਂ ਜੋ ਇਹ 39 ਵਾਰਾਂ ਹੈ, ਇਹਨਾਂ 39 ਵਾਰਾਂ ਨੂੰ ਹੀ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ। ਇੱਥੇ ਇੱਕ ਪ੍ਰਸ਼ਨ ਹੋਰ ਵੀ ਯਾਦ ਰੱਖਣਾ, ਕਨਫਿਊਜ਼ਨ ਨਾ ਹੋਇਓ, ਕਿ ਜਿੱਥੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰਬਾਣੀ ਦੀ ਕੁੰਜੀ ਹਨ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਹਿਲੀ ਬਾਣੀ ਅਸੀਂ ਪੜ੍ਹਦੇ ਹਾਂ, ਜਪਜੀ ਸਾਹਿਬ ਜੀ ਦੀ ਬਾਣੀ, ਜਪਜੀ ਸਾਹਿਬ ਜੀ ਦੀ ਬਾਣੀ ਨੂੰ ਵੀ, ਜਪਜੀ ਸਾਹਿਬ ਜੀ ਨੂੰ ਵੀ ਗੁਰਬਾਣੀ ਦੀ ਕੀ ਕਿਹਾ ਜਾਂਦਾ ਹੈ? ਕੁੰਜੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਆ। ਫਿਰ ਉਸ ਤੋਂ ਬਾਅਦ ਇਹ ਜ਼ਿਕਰ ਸਾਡਾ ਸ਼ੁਰੂ ਵਿੱਚ ਹੋ ਗਿਆ ਸੀ ਕਿ ਪੰਜਾਬੀ ਦੇ ਵਿੱਚ ਲਗਭਗ ਕਿੰਨੀਆਂ ਅਧਿਆਤਮਕ ਵਾਰਾਂ ਮਿਲਦੀਆਂ? ਕੁੱਲ 63 ਅਧਿਆਤਮਕ ਵਾਰਾਂ ਲਗਭਗ ਸਾਨੂੰ ਵੇਖਣ ਨੂੰ ਮਿਲਦੀਆਂ। ਕਲੀਅਰ ਹੋ ਗਈ ਜੀ ਗੱਲ? ਤਾਂ ਇੱਥੇ ਇੱਕ ਪੁਆਇੰਟ ਸਾਡਾ ਵਾਰਾਂ ਤੋਂ ਸੰਬੰਧਿਤ ਕੁਝ ਪੁਆਇੰਟ ਮੈਂ ਹੋਰ ਰੱਖੇ। ਉਹ ਕੀ ਪੁਆਇੰਟ ਬਚੇ? ਕਿ ਦੇਖੋ, ਨੰਬਰ 1 ਪੁਆਇੰਟ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਹੁਣ ਵਾਰਾਂ ਦੇ ਵਿੱਚ, ਆਪਣੇ ਇਤਿਹਾਸ ਦੇ ਵਿੱਚ ਇੱਕ ਵਾਰ ਬੇਹੱਦ ਜ਼ਿਆਦਾ
ਪ੍ਰਸਿੱਧ ਹੋਈ ਆ ਉਹ ਹੋਈ ਆ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਕਿਹੜੀ? ਚੰਡੀ ਦੀ ਵਾਰ, ਜਿਹੜੀ ਸਭ ਤੋਂ ਉੱਤਮ ਵੀਰ ਰਸੀ ਵਾਰ ਦਾ ਦਰਜਾ ਰੱਖਦੀ ਹੈ। ਇਸ ਤੋਂ ਇਲਾਵਾ ਇੱਕ ਚੱਠਿਆਂ ਦੀ ਵਾਰ ਦਾ ਅਸੀਂ ਜ਼ਿਕਰ ਪੜ੍ਹਦੇ ਹਾਂ। ਇਸ ਵਾਰ ਦੀ ਰਚਨਾ ਨੂੰ ਲਿਖਿਆ ਕਿਸ ਨੇ ਸੀ? ਪੀਰ ਮੁਹੰਮਦ ਨੇ 18ਵੀਂ ਸਦੀ ਵਿੱਚ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਦੀਆਂ ਵਾਰਾਂ ਵਿੱਚ ਇਹ ਪ੍ਰਸ਼ਨ ਵੀ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਾਰਾਂ ਵਿੱਚ ਕਿਹੜੇ ਛੰਦ ਦੀ ਵਰਤੋਂ ਸਭ ਤੋਂ ਵੱਧ ਹੋਈ ਆ? ਤਾਂ ਚੌਪਈ ਛੰਦ ਦੀ ਹੋਈ ਆ। ਤੇ ਉਸ ਤੋਂ ਬਾਅਦ ਲਾਸਟ ਪੁਆਇੰਟ, ਕੋਈ ਵੀ ਵਾਰ ਹੁੰਦੀ ਹੈ, ਵਾਰ ਦੇ ਵਿੱਚ ਅਧਿਆਤਮਿਕ ਵਾਰਾਂ ਦਾ ਜ਼ਿਕਰ ਕਰ ਰਹੇ ਹਾਂ ਅਸੀਂ ਕਿ ਵਾਰ ਵਿੱਚ ਨੇਕੀ ਨੂੰ ਨਾਇਕ ਅਤੇ ਬਦੀ ਨੂੰ ਖਲਨਾਇਕ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ। ਹਾਲਾਂਕਿ ਅੱਜ ਦੀ ਕਲਾਸ ਦੇ ਵਿੱਚ ਅਸੀਂ ਵਾਰਾਂ ਨੂੰ ਇੱਕ ਐਂ ਸੋਚੋ ਕਿ ਰੀਟ ਦੇ ਸਿਲੇਬਸ ਦੇ ਅਕੋਰਡਿੰਗ ਜਿੰਨਾ ਕਿ ਸਾਨੂੰ ਚਾਹੀਦਾ ਸੀ ਸ਼ਾਰਟ ਚਰਚਾ ਕੀਤੀ ਆ, ਪਰ ਜਦੋਂ ਅਸੀਂ ਸੈਕੰਡ ਗ੍ਰੇਡ ਅਤੇ ਫਸਟ ਗ੍ਰੇਡ ਦੇ ਅਕੋਰਡਿੰਗ ਵਾਰ ਟੌਪਿਕ ਕਵਰ ਕਰਦੇ ਹਾਂ ਤਾਂ ਉੱਥੇ ਸਾਨੂੰ ਕੁੱਲ ਜਿਹੜੀਆਂ 9 ਲੋਕ ਵਾਰਾਂ ਹਨ ਇਹਨਾਂ ਦਾ ਜ਼ਿਕਰ ਵੀ ਸਾਨੂੰ ਡੀਪ ਤਰੀਕੇ ਨਾਲ ਪੜ੍ਹਨਾ ਹੈ। ਪੂਰਾ ਜ਼ਿਕਰ ਕਿ ਆਦਿ ਕਾਲ ਦੇ ਵਿੱਚ 6 ਲੋਕ ਵਾਰਾਂ ਹੋਈਆਂ, ਮੱਧ ਕਾਲ ਦੇ ਵਿੱਚ 3 ਫੇਰ ਲੋਕ ਵਾਰਾਂ ਹੋਈਆਂ, ਕੁੱਲ 9 ਹੋਈਆਂ। ਅਧਿਆਤਮਿਕ ਵਾਰਾਂ ਦੇ ਵਿੱਚ ਵੀ ਅਸੀਂ ਜ਼ਿਕਰ ਕਰਾਂਗੇ। ਕੁਝ ਮੰਨ ਲਓ ਕੁਝ ਮੈਂ ਵਾਰਾਂ ਦਾ ਜ਼ਿਕਰ ਅਲੱਗ-ਅਲੱਗ ਪੜਾਂ, ਭੈੜੇ ਪਾਤਸ਼ਾਹੀ ਦਸਵੀਂ ਕੀ ਵਾਰ ਪੜ੍ਹਦੇ ਹਾਂ ਅਸੀਂ, ਕਿ ਭੈੜੇ ਗੁਰੂ ਕੀ ਵਾਰ ਵੀ ਪੜ੍ਹਦੇ ਹਾਂ। ਅੱਡੋ-ਅੱਡ ਵੱਖ-ਵੱਖ ਨਾਮ ਹੈ ਵਾਰਾਂ ਦੇ, ਅਸੀਂ ਉਹਨਾਂ ਵਾਰਾਂ ਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ, ਉਹਨੂੰ ਆਪਾਂ ਡੀਪ ਤਰੀਕੇ ਨਾਲ ਵੀ ਪੜਾਂਗੇ। ਸੋ ਉਮੀਦ ਹੈ ਜੋ ਕੰਮ ਅੱਜ ਕਰਵਾਇਆ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆਇਆ ਹੋਊਗਾ। ਇਹੋ ਜਿਹੀ ਅਸੀਂ ਜੋ ਸਿਲੇਬਸ ਦੇ ਸਾਡੇ ਬਾਕੀ ਬਚੇ ਹੋਏ ਪਾਰਟ ਹਨ ਅਸੀਂ ਸਹਿਜ ਕੰਪੀਟੀਸ਼ਨ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਤੇ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਇੱਕ ਨਵੇਂ ਵੀਡੀਓ ਤੇ ਨਵੇਂ ਟੌਪਿਕ ਦੇ ਨਾਲ। ਉਦੋਂ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।